ਵੈਲਕਮ ਟੂ ਇਲੈਕਟ੍ਰੋਨਿਕ ਵੋਕੇਸ਼ਨਲ। ਅੱਜ ਦੀ ਇਸ ਵੀਡੀਓ 'ਚ ਆਪਾਂ ਟੌਪਿਕ ਕਰਾਂਗੇ ਲੀਨੀਅਰ ਵੇਰੀਏਬਲ ਡਿਫਰੈਂਸ਼ੀਅਲ ਟਰਾਂਸਫਾਰਮਰ। ਇਸ ਨੂੰ LVDT ਵੀ ਕਿਹਾ ਜਾਂਦਾ ਹੈ। ਇਸ ਦੀ ਕੰਸਟਰਕਸ਼ਨ ਦੇ ਅਕੋਰਡਿੰਗ ਹੀ ਇਸ ਦਾ ਨਾਮ ਰੱਖਿਆ ਗਿਆ ਹੈ। ਇੱਕ ਐਕਟਿਵ ਟਰਾਂਸਡਿਊਸਰ ਹੈ। ਇਸ ਨੂੰ ਇੰਡਕਟਿਵ ਟਰਾਂਸਡਿਊਸਰ ਵੀ ਕਿਹਾ ਜਾਂਦਾ ਹੈ ਕਿਉਂਕਿ ਟਰਾਂਸਫਾਰਮਰ ਬੇਸਡ ਹੈ, ਇਸ ਦੇ ਵਿੱਚ ਇੰਡਕਟੈਂਸ ਹੈ, ਇਸੇ ਕਰਕੇ ਇਸ ਨੂੰ ਇੰਡਕਟਿਵ ਟਰਾਂਸਡਿਊਸਰ ਵੀ ਕਿਹਾ ਜਾਂਦਾ ਹੈ। ਇਹ ਲੀਨੀਅਰਲੀ ਕੰਮ ਕਰਦਾ ਹੈ। ਜਿੰਨੀ ਡਿਸਪਲੇਸਮੈਂਟ ਹੋਏਗੀ ਇਸ ਦੀ ਆਊਟਪੁੱਟ ਉਸ ਦੇ ਅਕੋਰਡਿੰਗ ਵੇਰੀ ਕਰਦੀ ਰਹਿੰਦੀ ਹੈ। ਇਹ ਡਿਸਪਲੇਸਮੈਂਟ ਮੈਜ਼ਰ ਕਰਨ ਦੇ ਕੰਮ ਆਉਂਦਾ ਹੈ। ਲੀਨੀਅਰਲੀ ਕੰਮ ਕਰਦਾ ਹੈ, ਇਸੇ ਕਰਕੇ ਇਸ ਦੇ ਵਿੱਚ ਲੀਨੀਅਰ ਵੇਰੀਏਬਲ ਹੈ। ਇਸ ਦੀ ਆਊਟਪੁੱਟ ਦੋ ਸੈਕੰਡਰੀ ਵਾਈਂਡਿੰਗਸ ਦਾ ਡਿਫਰੈਂਸ ਪ੍ਰੋਡਿਊਸ ਕਰਦੀ ਹੈ, ਇਸੇ ਲਈ ਇਸ ਦੇ ਨਾਮ ਚ ਆਉਂਦਾ ਹੈ ਡਿਫਰੈਂਸ਼ੀਅਲ। ਇਸ ਦੀ ਜਿਹੜੀ ਸਟਰਕਚਰ ਹੈ ਉਹ ਟਰਾਂਸਫਾਰਮਰ ਦੀ ਤਰ੍ਹਾਂ ਹੈ, ਬਿਕੋਜ਼ ਆਫ ਪ੍ਰਾਇਮਰੀ ਤੇ ਸੈਕੰਡਰੀ ਨੇ, ਇਸੇ ਲਈ ਇਸ ਦੇ ਨਾਮ ਚ ਆਉਂਦਾ ਹੈ ਟਰਾਂਸਫਾਰਮਰ। ਸੋ ਇਹ ਸੀ ਇਹਦੀ ਡੈਫੀਨੇਸ਼ਨ। ਇੱਕ ਵਾਰ ਮੈਂ ਦੁਬਾਰਾ ਦੱਸਦੀ ਹਾਂ। ਇਸ ਦੀ ਸਟਰਕਚਰ ਕਰਕੇ ਇਸ ਦਾ ਨਾਮ ਲੀਨੀਅਰ ਵੇਰੀਏਬਲ ਡਿਫਰੈਂਸ਼ੀਅਲ ਟਰਾਂਸਫਾਰਮਰ ਹੈ। ਇਹ ਇੱਕ ਇੰਡਕਟਿਵ ਟਰਾਂਸਡਿਊਸਰ ਹੈ। ਇਹ ਲੀਨੀਅਰਲੀ ਕੰਮ ਕਰਦਾ ਹੈ। ਜਿੰਨੀ ਡਿਸਪਲੇਸਮੈਂਟ ਹੁੰਦੀ ਹੈ ਉਸ ਦੇ ਅਕੋਰਡਿੰਗ ਇਹ ਸਾਨੂੰ ਇਲੈਕਟ੍ਰੀਕਲ ਸਿਗਨਲ ਦਿੰਦਾ ਹੈ। ਇਸ ਦੀ ਆਊਟਪੁੱਟ ਦੋ ਸੈਕੰਡਰੀ ਦਾ ਡਿਫਰੈਂਸ ਹੈ, ਇਸੇ ਲਈ ਡਿਫਰੈਂਸ਼ੀਅਲ ਕਹਿੰਦੇ ਨੇ। ਬਿਕੋਜ਼ ਆਫ ਪ੍ਰਾਇਮਰੀ ਸੈਕੰਡਰੀ ਇਸ ਨੂੰ ਟਰਾਂਸਫਾਰਮਰ ਵੀ ਕਹਿੰਦੇ ਨੇ। ਸੋ ਇਹਦਾ ਨਾਮ ਬਣ ਗਿਆ LVDT। ਇਸ ਦੇ ਵਿੱਚ ਸਾਡੀ ਜਿਹੜੀ ਇਨਪੁਟ ਹੈ, ਫਿਜ਼ੀਕਲ ਕੁਆਂਟੀਟੀ ਹੈ, ਉਹ ਹੈਗੀ ਹੈ ਡਿਸਪਲੇਸਮੈਂਟ। ਇਸ ਦੀ ਆਊਟਪੁੱਟ ਸਾਡੇ ਕੋਲ ਡਾਇਰੈਕਟਲੀ ਇਲੈਕਟ੍ਰੀਕਲ ਸਿਗਨਲ ਆਉਂਦੀ ਹੈ ਇਨ ਦਾ ਫਾਰਮ ਆਫ ਵੋਲਟੇਜ। ਡੈਫੀਨੇਸ਼ਨ ਤੋਂ ਬਾਅਦ ਆਪਾਂ ਇਸ ਦੀ ਡਾਇਗਰਾਮ ਬਣਾਵਾਂਗੇ। ਇਹ ਇਸ ਦੀ ਡਾਇਗਰਾਮ ਹੈ। ਡਾਇਗਰਾਮ 'ਚ ਆਪਾਂ ਇਸ ਦੀ ਪਹਿਲਾਂ ਸਟਰਕਚਰ ਕਰਾਂਗੇ। ਜਦੋਂ ਵੀ ਆਪਾਂ ਸਟਰਕਚਰ ਲਿਖਣੀ ਹੁੰਦੀ ਹੈ, ਕੋਈ ਵੀ ਲਾਈਨ ਆਪਾਂ ਅੱਗੇ ਪਿੱਛੇ ਲਿਖ ਸਕਦੇ ਹੁੰਨੇ ਆ, ਬਸ ਉਹਦੇ ਵਿੱਚ ਹਰ ਇੱਕ ਪੁਆਇੰਟ ਕਵਰ ਹੋਣਾ ਚਾਹੀਦਾ। ਜਿਵੇਂ ਕਿ ਇਸ ਦੀ ਇੱਕ ਪ੍ਰਾਇਮਰੀ ਹੈ, ਇਸ ਦੀਆਂ ਦੋ ਸੈਕੰਡਰੀਜ਼ ਨੇ S1 S2। ਜਿਹੜੀਆਂ ਨੰਬਰ ਆਫ ਟਰਨਸ ਨੇ ਸੈਕੰਡਰੀ ਦੇ ਵਿੱਚ ਉਹ ਬਿਲਕੁਲ ਇਕੁਅਲ ਹੋਣਗੀਆਂ ਤੇ ਸੈਕੰਡਰੀ ਸਾਈਡਾਂ ਤੇ ਨੇ, ਪ੍ਰਾਇਮਰੀ ਵਾਈਂਡਿੰਗ ਆਪਣੀ ਸੈਂਟਰ ਦੇ ਵਿੱਚ ਹੈ। ਇੱਕ ਫਾਰਮਰ ਲੈ ਕੇ, ਸਿਲੰਡਰੀਕਲ ਸ਼ੇਪ ਦਾ ਫਾਰਮਰ ਲੈ ਕੇ ਉਸ ਉੱਪਰ ਆਪਾਂ ਪ੍ਰਾਇਮਰੀ ਔਰ ਸੈਕੰਡਰੀਜ਼ ਨੂੰ ਲਪੇਟਿਆ ਹੋਇਆ। ਜਿਹੜਾ ਸੈਂਟਰ ਖਾਲੀ ਹੈ ਉਹਦੇ ਵਿੱਚ ਇੱਕ ਸੌਫਟ ਆਇਰਨ ਦਾ ਕੋਰ ਪਈ ਹੈ। ਸੌਫਟ ਆਇਰਨ ਇੱਕ ਪੀਸ ਰੱਖਿਆ ਹੋਇਆ ਹੈ। ਇਸ ਸੌਫਟ ਆਇਰਨ ਕੋਰ ਦੇ ਨਾਲ ਇੱਕ ਆਰਮ ਅਟੈਚ ਕੀਤੀ ਹੋਈ ਹੈ, ਬਾਂਹ ਅਟੈਚ ਕੀਤੀ ਹੋਈ ਹੈ। ਇਸ ਆਰਮ ਦੀ ਹੈਲਪ ਦੇ ਨਾਲ ਆਪਾਂ ਸੌਫਟ ਆਇਰਨ ਪੀਸ ਨੂੰ ਮੂਵ ਕਰਾਂਗੇ, ਇਸ ਦੀ ਡਿਸਪਲੇਸਮੈਂਟ ਕਰਾਂਗੇ, ਇਸ ਨੂੰ ਅੱਗੇ ਪਿੱਛੇ ਕਰਾਂਗੇ, ਰਾਈਟ ਲੈਫਟ ਨੂੰ ਸ਼ਿਫਟ ਕਰਾਂਗੇ। ਇਹ ਸੀਗੀ ਇਸ ਦੀ ਕੰਸਟਰਕਸ਼ਨ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵਰਕਿੰਗ ਦੀ, ਕਿ ਕੰਮ ਕਿੱਦਾਂ ਕਰਦਾ। ਜਿਹੜੀ ਆਪਣੀ ਪ੍ਰਾਇਮਰੀ ਹੈ ਇਸ ਨੂੰ AC ਸਪਲਾਈ ਦਿੱਤੀ ਜਾਂਦੀ ਹੈ। ਜਦੋਂ ਇਸ ਨੂੰ AC ਸਪਲਾਈ ਦਿੱਤੀ ਜਾਂਦੀ ਹੈ ਤਾਂ ਇਸ ਦੇ ਵਿੱਚ ਫਲਕਸ ਪ੍ਰੋਡਿਊਸ ਹੁੰਦੀ ਹੈ। ਇਸ ਦੇ ਵਿੱਚ ਫਲਕਸ ਪ੍ਰੋਡਿਊਸ ਹੋਣ ਦੇ ਨਾਲ ਦੋਨੋਂ ਸੈਕੰਡਰੀਜ਼ ਦੇ ਵਿੱਚ ਵੋਲਟੇਜ ਇੰਡਿਊਸ ਹੁੰਦੀ ਹੈ। ਜਦੋਂ ਦੋਨੋਂ ਸੈਕੰਡਰੀਜ਼ ਦੇ ਵਿੱਚ ਵੋਲਟੇਜ ਪੈਦਾ ਹੋਏਗੀ, ਆਪਾਂ ਫਸਟ ਸੈਕੰਡਰੀ ਦੀ ਵੋਲਟੇਜ ਨੂੰ E1 ਆਖ ਸਕਦੇ ਹਾਂ, ਸੈਕੰਡਰੀ S2 ਦੀ ਵੋਲਟੇਜ ਨੂੰ ਕਹਾਂਗੇ E2। ਜਿਹੜੀ ਸਾਡੇ ਕੋਲ ਆਊਟਪੁੱਟ ਆਏਗੀ, ਇਹਨਾਂ ਦੋਨਾਂ ਦੇ ਵਿੱਚ ਜਿਹੜੀ ਵੋਲਟੇਜ ਪੈਦਾ ਹੋਏਗੀ E1 E2, ਉਹਦਾ ਡਿਫਰੈਂਸ ਆਏਗਾ। ਇਸੇ ਲਈ ਨਾਮ ਦੇ ਵਿੱਚ ਡਿਫਰੈਂਸ਼ੀਅਲ ਹੈ। ਸੋ ਇਹ ਸੀਗੀ ਇਹਦੀ ਸਿੰਪਲ ਵਰਕਿੰਗ। ਹੁਣ ਆਪਾਂ ਇਹਦੀ ਵਰਕਿੰਗ ਨੂੰ ਸਮਝਾਂਗੇ ਕੇਸਿਸ ਨਾਲ। ਕੇਸ ਨੰਬਰ 1 ਹੈ, ਜਦੋਂ ਸਾਡੀ ਸੌਫਟ ਆਇਰਨ ਦਾ ਜਿਹੜਾ ਪੀਸ ਹੈ ਇਹ ਸੈਂਟਰ ਦੇ ਵਿੱਚ ਪਿਆ, ਆਪਾਂ ਇਹਨੂੰ ਕਹਿੰਦੇ ਆ ਕਿ ਨਲ ਪੋਜੀਸ਼ਨ ਤੇ ਹੈ। ਨਾ ਅਸੀਂ ਰਾਈਟ ਨੂੰ ਸ਼ਿਫਟ ਕੀਤਾ, ਨਾ ਅਸੀਂ ਲੈਫਟ ਨੂੰ ਸ਼ਿਫਟ ਕੀਤਾ, ਇਹ ਬਿਲਕੁਲ ਸੈਂਟਰ ਦੇ ਵਿੱਚ ਹੈ, ਨਲ ਪੋਜੀਸ਼ਨ ਤੇ। ਇਸ ਟਾਈਮ ਜਿਹੜੀ ਵੋਲਟੇਜ ਹੈ ਉਹ S1 ਔਰ S2 ਦੋਨਾਂ ਦੇ ਉੱਪਰ ਇਕੁਅਲ ਹੋਏਗੀ। ਜਦੋਂ ਦੋਨਾਂ ਦੀ ਵੋਲਟੇਜ ਇਕੁਅਲ ਹੋਏਗੀ, ਆਪਸ ਦੇ ਵਿੱਚ ਕੈਂਸਲ ਆਊਟ ਹੋ ਜਾਏਗੀ, ਤਾਂ ਸਾਡੇ ਕੋਲ ਕੀ ਆ ਜਾਏਗਾ? 0 ਆਊਟਪੁੱਟ। ਫਿਰ ਆਪਾਂ ਕਰਦੇ ਹਾਂ ਕੇਸ ਨੰਬਰ 2। ਕੇਸ ਨੰਬਰ 2 ਦੇ ਵਿੱਚ ਆਪਾਂ ਜਿਹੜਾ ਇਹ ਸੌਫਟ ਆਇਰਨ ਪੀਸ ਹੈ ਨਾ,
ਇਹਨੂੰ ਲੈਫਟ ਸਾਈਡ ਤੇ ਸ਼ਿਫਟ ਕਰ ਲੈਂਦੇ ਆ, ਭਾਵ S1 ਵਾਲੀ ਸਾਈਡ ਤੇ ਸ਼ਿਫਟ ਕਰ ਲੈਂਦੇ ਆ। ਜਦੋਂ ਆਪਾਂ ਇਹਨੂੰ ਇੱਧਰ ਨੂੰ ਡਿਸਪਲੇਸ ਕਰਾਂਗੇ ਤਾਂ ਜਿਹੜੀ ਵੋਲਟੇਜ S1 ਦੇ ਉੱਪਰ ਬਣੇਗੀ ਉਹ S2 ਤੋਂ ਜ਼ਿਆਦਾ ਹੋਏਗੀ, ਭਾਵ ਸਾਡੀ ਜਿਹੜੀ E1 ਹੈ ਉਹ ਮੋਰ ਹੋਏਗੀ ਦੈਨ E2। ਜਦੋਂ E1 ਜ਼ਿਆਦਾ ਹੋਏਗੀ ਤਾਂ ਇੱਥੇ ਜਦੋਂ ਆਪਾਂ ਆਉਟਪੁੱਟ ਕੈਲਕੂਲੇਟ ਕਰਾਂਗੇ ਤਾਂ ਸਾਡੇ ਕੋਲ E1 ਆ ਜਾਏਗੀ, ਪੋਜ਼ਿਟਿਵ ਆਏਗੀ। ਇਹਦਾ ਮਤਲਬ ਸਾਡੀ ਆਉਟਪੁੱਟ ਕੀ ਹੈ, ਇਨ ਫੇਸ ਆਈ ਹੈ, ਇਨ ਫੇਸ ਆਏਗੀ। ਕੇਸ ਨੰਬਰ 3 ਹੈ ਕਿ ਜਦੋਂ ਅਸੀਂ ਸੌਫਟ ਆਇਰਨ ਪੀਸ ਨੂੰ ਰਾਈਟ ਹੈਂਡ ਸਾਈਡ ਨੂੰ ਸ਼ਿਫਟ ਕਰ ਲਾਂਗੇ S2 ਵੱਲ। ਜਦੋਂ ਅਸੀਂ S2 ਵੱਲ ਸ਼ਿਫਟ ਕਰਾਂਗੇ ਤਾਂ ਜਿਹੜੀ ਵੋਲਟੇਜ ਪੈਦਾ ਹੋਏਗੀ ਸੈਕੰਡਰੀ ਦੇ ਵਿੱਚ ਉਹ ਕੀ ਆਏਗੀ, ਜ਼ਿਆਦਾ। ਸਾਡੀ E2 ਕੀ ਹੋਏਗੀ, ਮੋਰ ਦੈਨ E1। ਤਾਂ ਸਾਡੀ ਆਉਟਪੁੱਟ ਕਿੰਨੀ ਆਏਗੀ, ਆਉਟਪੁੱਟ ਸਾਡੀ ਆ ਜਾਏਗੀ -E2, ਭਾਵ ਆਊਟ ਆਫ ਫੇਸ ਆਏਗੀ। ਸੋ ਇਸ ਪ੍ਰਕਾਰ ਜਿਹੜੀ ਸੌਫਟ ਆਇਰਨ ਕੋਰ ਹੈ ਉਸਦੀ ਡਿਸਪਲੇਸਮੈਂਟ ਦੇ ਅਕੋਰਡਿੰਗ ਸਾਡੇ ਕੋਲ ਆਉਟਪੁੱਟ ਮਿਲੇਗੀ ਇਨ ਦਾ ਫਾਰਮ ਆਫ ਇਲੈਕਟ੍ਰੀਕਲ ਵੋਲਟੇਜ। ਸੋ ਇਹ ਡਿਸਪਲੇਸਮੈਂਟ ਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕਰਦਾ ਹੈ। ਇਸ ਦੇ ਹੋਰ ਕਾਫੀ ਸਾਰੀਆਂ ਐਡਵਾਂਟੇजेस ਵੀ ਨੇ। ਫਸਟ ਹੈ ਕਿ ਇਸ ਨਾਲ ਆਪਾਂ 1.25 mm ਤੋਂ ਲੈ ਕੇ 250 mm ਤੱਕ ਦੀ ਡਿਸਪਲੇਸਮੈਂਟ ਮੈਜ਼ਰ ਕਰ ਸਕਦੇ ਹਾਂ। ਦੂਸਰਾ, ਇਸ ਦੇ ਵਿੱਚ ਕੋਈ ਵੀ ਫ੍ਰਿਕਸ਼ਨ ਲਾਸ ਨਹੀਂ ਹੁੰਦੇ, ਕਿਉਂਕਿ ਇੱਥੇ ਹੋਲੋ ਫਾਰਮਰ ਹੈ, ਉਹਦੇ ਵਿੱਚ ਕੋਰ ਘੁੰਮ ਰਹੀ ਹੈ, ਕੋਈ ਮੂਵਿੰਗ ਪਾਰਟ ਨਹੀਂ ਹੈ, ਇਸ ਕਰਕੇ ਫ੍ਰਿਕਸ਼ਨ ਲਾਸਿਸ ਨਹੀਂ ਹੁੰਦੇ, ਇਸ ਕਰਕੇ ਇਹਦੀ ਐਕੂਰੇਸੀ ਹਮੇਸ਼ਾ ਹਾਈ ਰਹਿੰਦੀ ਹੈ। ਥਰਡ ਹੈ ਕਿ ਇਸ ਦੇ ਵਿੱਚ ਹਿਸਟੈਰੀਸਿਸ ਲਾਸਿਸ ਨਹੀਂ ਹੁੰਦੇ। ਹਿਸਟੈਰੀਸਿਸ ਲਾਸਿਸ ਨਾ ਹੋਣ ਕਰਕੇ ਅਸੀਂ ਇਸ ਡਿਵਾਈਸ ਨੂੰ ਰਿਪੀਟਡਲੀ ਯੂਜ਼ ਕਰ ਸਕਦੇ ਹਾਂ, ਬਾਰ-ਬਾਰ ਵਰਤ ਸਕਦੇ ਹਾਂ। ਚੌਥਾ, ਇਸ ਦੀ ਪਾਵਰ ਕੰਜ਼ੰਪਸ਼ਨ ਐਜ਼ ਕੰਪੇਅਰਡ ਟੂ ਅਨਦਰ ਟਰਾਂਸਡਿਊਸਰਸ ਘੱਟ ਹੈ। ਪੰਜਵਾਂ, ਇਹ ਸਾਨੂੰ ਸਿੱਧੇ ਤੌਰ ਤੇ ਇਲੈਕਟ੍ਰੀਕਲ ਆਉਟਪੁੱਟ ਦੇ ਦਿੰਦਾ ਹੈ, ਸਾਨੂੰ ਕੋਈ ਐਕਸਟਰਾ ਸਰਕਟ ਕਨਵਰਜਨ ਦੇ ਲਈ ਲਗਾਉਣਾ ਨਹੀਂ ਪੈਂਦਾ। ਹਾਨੀਆਂ ਕੀ ਨੇ, ਇਸ ਤੇ ਮੈਗਨੈਟਿਕ ਫੀਲਡ ਦਾ ਪ੍ਰਭਾਵ ਪੈਂਦਾ ਹੈ, ਚੁੰਬਕੀ ਖੇਤਰ ਤੋਂ ਇਸ ਨੂੰ ਦੂਰ ਰੱਖਣਾ ਪੈਂਦਾ ਹੈ। ਦੂਸਰਾ, ਤਾਪਮਾਨ ਵੀ ਇਸ ਦੀ ਆਉਟਪੁੱਟ ਨੂੰ ਅਫੈਕਟ ਕਰਦਾ ਹੈ। ਹੁਣ ਗੱਲ ਕਰਦੇ ਹਾਂ ਕਿ ਐਪਲੀਕੇਸ਼ਨ। ਪਹਿਲਾਂ ਤਾਂ ਆਪਾਂ ਕਰ ਹੀ ਚੁੱਕੇ ਹਾਂ ਕਿ ਮਿਲੀਮੀਟਰ ਤੋਂ ਲੈ ਕੇ ਸੈਂਟੀਮੀਟਰ ਤੱਕ ਦੀ ਡਿਸਪਲੇਸਮੈਂਟ ਆਪਾਂ ਇਹਦੇ ਨਾਲ ਮੈਜ਼ਰ ਕਰਦੇ ਹਾਂ। ਦੂਸਰਾ, ਕਈ ਵਾਰ ਇਹ ਸੈਕੰਡਰੀ ਟਰਾਂਸਡਿਊਸਰ ਦੇ ਤੌਰ ਤੇ ਵਰਤਿਆ ਜਾਂਦਾ ਹੈ, ਜਿਵੇਂ ਕਿ ਅਗਰ ਅਸੀਂ ਪ੍ਰੈਸ਼ਰ ਨੂੰ ਮੈਜ਼ਰ ਕਰਨਾ ਹੋਵੇ, ਪਹਿਲਾਂ ਬੋਰਨ ਟਿਊਬ ਦੇ ਨਾਲ ਪ੍ਰੈਸ਼ਰ ਨੂੰ ਡਿਸਪਲੇਸਮੈਂਟ 'ਚ ਬਦਲਿਆ ਜਾਂਦਾ ਹੈ, ਮੈਜ਼ਰ ਕੀਤਾ ਜਾਂਦਾ ਹੈ, ਫਿਰ LVDT ਲਾ ਕੇ ਉਸ ਡਿਸਪਲੇਸਮੈਂਟ ਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਬਦਲਿਆ ਜਾਂਦਾ ਹੈ। ਸੋ ਸੈਕੰਡਰੀ ਟਰਾਂਸਡਿਊਸਰ ਦੇ ਤੌਰ ਤੇ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਇਹ ਸੀਗਾ ਟੌਪਿਕ ਤੁਹਾਡਾ LVDT। ਇਸ ਦੇ ਨਾਲ ਹੀ ਆਪਣਾ ਚੈਪਟਰ 4 ਖਤਮ ਹੁੰਦਾ ਹੈ। ਨੈਕਸਟ ਵੀਡੀਓ 'ਚ ਮਿਲਦੇ ਹਾਂ ਨੈਕਸਟ ਟੌਪਿਕ ਦੇ ਨਾਲ। ਥੈਂਕ ਯੂ।